ਪਰਾਏ ਕੱਪੜੇ ਨੂੰ ਕਦੀ ਨਾ ਮੈਂ ਪਾਇਆ, ਮੇਰੀ ਦੇਖ ਨੂੰ ਇਹ ਨਾ ਸਵਾਰਦਾ ਏ। ਮੰਗੀ ਚੀਜ਼ ਨਾ ਪਰਾਈ ਮੈਂ ਕਿਸੇ ਕੋਲੋਂ, ਮੇਰੇ ਕਿਰਦਾਰ ਨੂੰ ਇਹ ਵਿਗਾੜਦਾ ਏ। ਇਹ ਦੇਸ ਪਰਾਇਆ, ਘਰ ਕਾਇਆ ਵੀ ਪਰਾਈ, ਸਭ ਪਰਾਇਆ ਜੋ ਪਰਾਈਆਂ ਅੱਖਾਂ ਨਾਲ ਤਾੜਦਾ ਏ। ਹੋਈ ਵੇਲ ਤਾਂ ਕਿਤੇ ਤੂੰ ਝਾਤ ਮਾਰੀ, ਵਿੱਚ ਸੋਚ ਵੀ ਪਰਾਇਆ ਕਿਉਂ ਵਾੜਦਾ ਏ। ਕਿਉਂ ਨਾ ਸੋਚਿਆ ਕਦੀ ਤੂੰ ਇਸ ਬਾਰੇ, ਹੱਕ ਭੀਤਰ ਦਾ ਵੀ ਹਾਕਾਂ ਮਾਰਦਾ ਏ। ਬੁੱਝ ਮੂਲ ਆਪੇ ਦੀ ਪਛਾਣ ਕਰ ਲੈ, ਜੋ ਆਦ ਆਗਾਜ਼ ਕੁੱਲ ਸੰਸਾਰ ਦਾ ਏ। ਬਾਜ ਸਾਹਿਬ ਨਾ ਆਤਮ ਕਿਧਰੇ ਢੋਈ ਹੁੰਦੀ, ਜੋ ਪਰਾਏ ਭਵਜਲ ਚੋਂ ਰੂਹਾਂ ਨੂੰ ਤਾਰਦਾ ਏ। ਜੋ ਪਰਾਏ ਭਵਜਲ ਚੋਂ ਰੂਹਾਂ ਨੂੰ ਤਾਰਦਾ ਏ। ਤੂੰ ਸੱਤ ਅਖੰਡ ਜੋਤ ਚੈਨਲ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਪਰਾਇਆ ਗਹਿਣਾ। ਅਖਾਣ ਇੱਕ ਅਜਿਹੀ ਬੋਲੀ ਹੈ ਜਿਸ ਵਿੱਚ ਥੋੜ੍ਹੇ ਲਫ਼ਜ਼ਾਂ ਵਿੱਚ ਜੀਵਨ ਦਾ ਤੱਤ ਨਿਚੋੜ, ਸੱਚਾਈ ਤੇ ਸੂਝ ਪਰੋਈ ਹੁੰਦੀ ਹੈ। ਤੇ ਅਜਿਹੀ ਹੀ ਸੂਝ ਨਾਲ ਪਰੋਏ ਇੱਕ ਅਖਾਣ ਨੂੰ ਅਸੀਂ ਆਪਣੇ ਵਿਚਾਰ ਦਾ ਕੇਂਦਰ ਬਣਾਇਆ ਹੈ। ਪਰਾਇਆ ਗਹਿਣਾ ਪਾਇਆ ਤੇ ਆਪਣਾ ਰੂਪ ਗਵਾਇਆ। ਇਸ ਅਖਾਣ ਨੂੰ ਸਾਡੀ ਆਮ ਲੋਕਾਂ ਦੀ ਬੋਲੀ 'ਚ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਕਿਸੇ ਦੀ ਚੀਜ਼ ਜਿਵੇਂ ਗਹਿਣਾ, ਕੱਪੜਾ ਆਦਿ ਮੰਗ ਕੇ ਪਹਿਨੇ, ਪਰ ਉਸਨੂੰ ਜਚੇ ਨਾ ਤੇ ਕਹਿ ਦਿੰਦੇ ਨੇ ਕਿ ਤੂੰ ਪਰਾਇਆ ਗਹਿਣਾ ਪਾਇਆ ਤੇ ਆਪਣਾ ਰੂਪ ਗਵਾਇਆ। ਤੇ ਕੁਝ ਖਾਸ ਸੂਝ ਵਾਲੇ ਲੋਕ ਇਸ ਨੂੰ ਉਦੋਂ ਵਰਤਦੇ ਨੇ ਜਦੋਂ ਉਹ ਸਮਝਦੇ ਨੇ ਕਿ ਪਰਾਈ ਚੀਜ਼ ਜਾਂ ਵਸਤ ਮੰਗਣ ਨਾਲ ਜਾਂ ਵਰਤਣ ਨਾਲ ਸਾਡਾ ਆਪਣਾ ਖੁਦ ਦਾ ਆਦਰ ਸਨਮਾਨ ਘਟਦਾ ਹੈ। ਹੁਣ ਬਾਰੀ ਤਾਲ ਤੇ ਅਸੀਂ ਇਸ ਅਖਾਣ ਦੀ ਸੂਝ ਨਾਲ ਸਹਿਮਤ ਹੋ ਕੇ ਆਪਣੀ ਤੇ ਪਰਾਈ ਚੀਜ਼ ਦੀ ਪਹਿਚਾਣ ਵੀ ਰੱਖਦੇ ਹਾਂ ਤੇ ਆਪਣੇ ਬਾਹਰੀ ਰੂਪ ਤੋਂ ਵੀ ਭਲੀ ਭਾਂਤੀ ਜਾਣੂ ਹੁੰਦੇ ਹਾਂ। ਤੇ ਫਿਰ ਇਹ ਸੂਝ ਰੱਖਦੇ ਹੋਏ ਕਿ ਕਿਸੇ ਕੋਲੋਂ ਕੁਝ ਮੰਗ ਕੇ ਪਰਾਇਆ ਪਾ ਕੇ ਸਾਡਾ ਆਦਰ ਸਨਮਾਨ ਘਟਦਾ ਹੈ, ਸੋ ਅਸੀਂ ਪਰਾਈ ਵਸਤ ਪਾ ਆਪਣਾ ਆਦਰ ਸਨਮਾਨ ਨਹੀਂ ਘਟਣ ਦੇਣਾ ਚਾਹੁੰਦੇ, ਕਿਉਂਕਿ ਗੁਰੂ ਗੁਰਬਾਣੀ ਵੀ ਇਸ ਤੇ ਮੋਹਰ ਲਾਉਂਦੀ ਹੈ। ਫਰਮਾਨ ਹੈ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਹੁਣ ਗੁਰੂ ਗੁਰਬਾਣੀ ਤਾਂ ਬਾਹਰੀ ਦ੍ਰਿਸ਼ਟਾਂਤੀ ਸਹਿਤ ਭੀਤਰ ਦੀ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਜੇ ਅਸੀਂ ਆਪਣੇ ਭੀਤਰ ਚੱਲਦੀ ਸੋਚ ਦੇ ਤਲ ਨੂੰ ਨਿਹਾਰੀਏ ਤੇ ਸਾਡੇ ਅੰਦਰ ਵੀ ਸੋਚ ਦੇ ਦੋ ਪਹਿਲੂ ਚੱਲਦੇ ਨੇ, ਜਿਸ ਵਿੱਚ ਇੱਕ ਪਰਾਇਆ ਤੇ ਇੱਕ ਆਪਣਾ ਹੈ। ਇੱਕ ਗੁਣਾ ਰੂਪੀ ਅਸਲ ਸੋਚ ਦਾ ਤਲ ਹੈ ਜਿਸ ਨੂੰ ਸਦਗੁਣੀ ਆਖਦੇ ਨੇ, ਜਿਸ ਦਾ ਸੰਬੰਧ ਸਾਡੀ ਆਤਮਾ ਨਾਲ ਹੈ। ਜੋ ਸਾਡਾ ਨਿੱਜ ਦਾ ਅਸਲ ਸਰੂਪ ਹੈ, ਸਾਡਾ ਆਪਣਾ ਹੈ ਜੋ ਸਰਵ ਗੁਣ ਸੰਪੰਨ ਹੈ। ਤੇ ਇੱਕ ਉਹ ਤਲ ਹੈ ਜੋ ਪਰਾਇਆ ਹੈ, ਜਿਸ ਵਿੱਚ ਪੰਜੇ ਵਿਕਾਰੀ ਗੈਰ ਬਿਰਤੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤਹਿਤ ਮੰਦਗੁਣੀ ਜਿਵੇਂ ਝੂਠ, ਚੁਗਲੀ, ਨਿੰਦਿਆ, ਬਖੀਲੀ, ਈਰਖਾ, ਦੁਈ, ਦਵੈਤ, ਸ਼ੱਕ, ਸ਼ੰਕਾ ਆਦਿ ਮਾੜੇ ਔਗੁਣ ਤੇ ਬਿਰਤੀਆਂ ਮੌਜੂਦ ਨੇ ਜੋ ਸਾਡੀਆਂ ਆਪਣੀਆਂ ਨਹੀਂ ਹਨ। ਤੇ ਜਦੋਂ ਅਸੀਂ ਆਪਣੇ ਸੋਚ ਕਰਮ ਵਿੱਚ ਇਹਨਾਂ ਨੂੰ ਪਨਾਹ ਦਿੰਦੇ ਹਾਂ ਤੇ ਇਹ ਵੀ ਪਰਾਈ ਚੀਜ਼ ਨੂੰ ਪਹਿਨਣ ਦੇ ਬਰਾਬਰ ਹੈ, ਜਿਸ ਨਾਲ ਸਾਡਾ ਅਸਲ ਰੂਪ ਵਿਗੜਦਾ ਹੈ। ਪਰ ਗੱਲ ਸਿਰਫ ਇੰਨੀ ਕੁ ਹੈ ਕਿ ਬਾਹਰੀ ਮਟੀਰੀਅਲ ਦੇ ਤਲ ਤੇ ਅਸੀਂ ਆਪਣੇ ਤੇ ਪਰਾਏ ਦੀ ਪਛਾਣ ਵਿੱਚ ਹਾਂ, ਪਰ ਅੰਦਰੂਨੀ ਸਾਡੀ ਸੂਝ ਦਾ ਤਲ ਵਿਕਸਿਤ ਨਾ ਹੋਣ ਕਾਰਨ ਅਸੀਂ ਇਸ ਆਪਣੇ ਤੇ ਪਰਾਏ ਤੋਂ ਜਾਣੂ ਨਹੀਂ ਹਾਂ, ਜਿਸ ਕਰਕੇ ਅਸੀਂ ਬੇਸੁਰਤੇ, ਅਵੇਸਲੇ, ਪਰਾਈ ਮੰਦਗੁਣੀ ਬਿਰਤੀਆਂ ਦੇ ਵਸਤਰ ਨੂੰ ਪਹਿਨ ਕੇ ਆਪ ਦੇ ਅਸਲ ਸਦਗੁਣੀ ਵਾਲੇ ਰੂਪ ਨੂੰ ਗਵਾਈ ਬੈਠੇ ਹਾਂ। ਜਿਵੇਂ ਅਸੀਂ ਬੋਲਾਂ ਦੁਆਰਾ ਝੂਠ ਜੋ ਸਾਡਾ ਆਪਣਾ ਨਹੀਂ ਹੈ ਉਸ ਦਾ ਵਸਤਰ ਪਾਉਂਦੇ ਹਾਂ ਤੇ ਆਪਣੇ ਅੰਦਰੋਂ ਆਪ ਦੇ ਸੱਚ ਦਾ ਰੂਪ ਗਵਾ ਦਿੰਦੇ ਹਾਂ। ਪਰਾਈ ਬਿਰਤੀ ਕ੍ਰੋਧ ਦੇ ਵਸਤਰ ਨੂੰ ਪਾ ਆਪਣੇ ਅੰਦਰ ਦੀ ਸਹਿਜਤਾ, ਹਲੀਮੀ, ਨਿਮਰਤਾ ਦਾ ਰੂਪ ਗਵਾ ਲੈਂਦੇ ਹਾਂ। ਇਸ ਅਖਾਣ ਦੀ ਸੂਝ ਸਾਨੂੰ ਮੰਦਗੁਣੀ ਤੇ ਸਦਗੁਣੀ ਦੇ ਤਲ ਤੇ ਆਪਣੇ ਤੇ ਪਰਾਏ ਵਿੱਚ ਫਰਕ ਸਮਝਣ ਬਾਰੇ ਦੱਸਦੀ ਹੈ। ਸੋ ਅਖਾਣ ਦੀ ਸੁਚੇਤਗੀ ਵਾਲੀ ਸੂਝ ਸਾਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ ਕਿ ਇਹਨਾਂ ਮੰਦਗੁਣੀ ਪਹਿਰਾਵਿਆਂ ਤੋਂ ਬਚਿਆ ਜਾਏ ਜੋ ਸਾਡੀ ਤੇ ਸਾਡੀ ਸ਼ਖਸੀਅਤ ਦੀ ਇਨਰ ਪਰਸਨੈਲਿਟੀ ਗਵਾਉਂਦੇ ਨੇ। ਤੇ ਜੇਕਰ ਇਸ ਅਖਾਣ ਨੂੰ ਹੋਰ ਵੀ ਗਹਿਰੇ ਅਰਥਾਂ ਵਿੱਚ ਗੁਰੂ ਗੁਰਬਾਣੀ ਫਰਮਾਨਾਂ ਦੁਆਰਾ ਵਾਚੀਏ ਤਾਂ ਗੁਰਬਾਣੀ ਵੀ ਸਾਨੂੰ ਇੱਕ ਹੋਰ ਪਰਾਏਪਨ ਦੀ ਸੂਝ ਦਿੰਦੀ ਹੈ ਜੋ ਛੁੱਟ ਜਾਣ ਵਾਲਾ ਹੈ। ਸਭ ਕਿਛ ਆਪਣਾ ਕਰ ਕਰ ਰਾਖਿਆ, ਖਿਨ ਮੈਂ ਭਇਆ ਪਰਾਇਆ। ਕਿ ਜੋ ਕੁਝ ਵੀ ਇੱਥੇ ਅਸੀਂ ਮਟੀਰੀਅਲ ਦੇ ਤਲ ਦਾ ਆਪਣਾ ਆਪਣਾ ਕਹਿ ਕੇ ਸਮਝ ਕੇ ਸਾਂਭ ਕੇ ਰੱਖਿਆ ਹੋਇਆ ਹੈ, ਉਹ ਖਿਨ ਵਿੱਚ ਉਦੋਂ ਪਰਾਇਆ ਹੋ ਜਾਂਦਾ ਹੈ ਜਦੋਂ ਇਹ ਸਰੀਰ ਛੁੱਟਦਾ ਹੈ। ਪਰ ਅਸੀਂ ਇਸ ਪਰਾਏਪਨ ਤੋਂ ਅਣਜਾਣ ਹਾਂ, ਭਾਵੇਂ ਉਹ ਰਿਸ਼ਤੇ, ਨਾਤੇ, ਸੰਗੀ ਸਾਥੀ, ਮਟੀਰੀਅਲ ਵਸਤਾਂ ਤੇ ਜਾਂ ਸਾਡਾ ਇਹ ਤੱਤਾਂ ਦੇ ਮਟੀਰੀਅਲ ਦਾ ਸਰੀਰ, ਇਹ ਸਭ ਪਰਾਇਆ ਹੈ, ਕਿਉਂਕਿ ਜੋ ਇੱਕ ਦਿਨ ਛੁੱਟ ਜਾਣਾ ਹੈ, ਜਿਸ ਨੂੰ ਛੱਡ ਹੀ ਦੇਣਾ ਹੈ, ਉਹ ਆਪਣਾ ਨਹੀਂ ਪਰਾਇਆ ਹੁੰਦਾ ਹੈ। ਪਰ ਅਸੀਂ ਇਸ ਪਰਾਏ ਨੂੰ ਤੇ ਇਸ ਦੇ ਪ੍ਰਭਾਵ ਨੂੰ ਆਪਣਾ ਬਣਾ ਲਿਆ ਹੈ
ਤੇ ਜੋ ਸਾਡਾ ਖੁਦ ਦਾ ਅਸਲ ਆਤਮਕ ਜੋਤ ਸਰੂਪ ਹੈ ਉਸ ਨੂੰ ਆਪਣੀ ਸੋਚ ਵਿੱਚੋਂ ਹੀ ਗਵਾ ਬੈਠੇ ਹਾਂ, ਭੁੱਲ ਬੈਠੇ ਹਾਂ। ਤੇ ਇਸ ਪਰਾਈ ਵਸਤ ਨੂੰ ਅਸੀਂ ਉਸੇ ਦਿਨ ਪਹਿਨ ਲਿਆ ਸੀ ਜਿਸ ਦਿਨ ਅਸੀਂ ਇਸ ਪਰਾਏ ਸਾਹਾਂ ਦੀ ਚਾਦਰ ਦੀ ਲਪੇਟ ਵਿੱਚ ਆ ਗਏ ਸਾਂ। ਤੇ ਇਸ ਜਹਾਨ ਵਿੱਚ ਅੱਖ ਖੋਲਦਿਆਂ ਸਾਰ ਅਸੀਂ ਇਸ ਪਰਾਏ ਵਸਤਰ ਯਾਨੀ ਸਰੀਰ ਰੂਪੀ ਕੱਪੜ ਨੂੰ ਆਪਣਾ ਮੰਨ ਲਿਆ ਸੀ ਤੇ ਇਸ ਦੇ ਨਾਲ ਸੰਬੰਧਿਤ ਚੰਗੀ ਮਾੜੀ ਸੋਚ ਨੂੰ ਵੀ ਆਪਣਾ ਮੰਨ ਲਿਆ ਸੀ। ਅਸੀਂ ਇਸ ਦੇ ਨਾਲ ਜੁੜੇ ਮਾਇਆਵੀ ਪ੍ਰਭਾਵਾਂ ਵਿਕਾਰਾਂ ਨੂੰ ਵੀ ਪਹਿਨ ਲਿਆ, ਜਿਸ ਨਾਲ ਸਾਡਾ ਅਸਲ ਆਤਮਕ ਰੂਪ ਜੋ ਸਾਡੇ ਮੂਲ ਮਾਲਕ ਪਿਤਾ ਪਰਮਾਤਮਾ ਦੀ ਅੰਸ਼ ਹੈ ਉਸ ਨੂੰ ਸਮਝ ਦੇ ਤੌਰ ਤੇ ਗਵਾ ਲਿਆ। ਤੇ ਕਿਸੇ ਵੀ ਚੰਗੀ ਸੂਝ ਸਮਝ ਦੇ ਤਹਿਤ ਇਸ ਪਰਾਏ ਵਸਤਰ ਦੀ ਆੜ ਹੇਠ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਤਾਂ ਹੀ ਗੁਰੂ ਗੁਰਬਾਣੀ ਫਰਮਾਨ ਸਾਨੂੰ ਜਾਗਰਤੀ ਦਿੰਦਾ ਹੈ, ਇਹ ਸੂਝ ਦਿੰਦਾ ਹੈ ਕਿ ਤੇਰਾ ਅਸਲ ਆਤਮਕ ਰੂਪ ਹੀ ਆਪਣਾ ਹੈ ਜੋ ਉਸ ਪਰਮ ਪਿਤਾ ਪਰਮਾਤਮਾ ਦੀ ਅੰਸ਼ ਹੈ। ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਹੁਣ ਇਸ ਅਖਾਣ ਵਿਚਲੀ ਸੂਝ ਆਖਦੀ ਹੈ ਕਿ ਪਰਾਇਆ ਪਹਿਨਣ ਨਾਲ ਆਪਣਾ ਰੂਪ ਗਵਾਚਦਾ ਹੈ ਤੇ ਇਹ 100% ਸਹੀ ਹੈ, ਕਿਉਂਕਿ ਅਸੀਂ ਵੀ ਪਰਾਏ ਵਸਤਰ ਨੂੰ ਪਹਿਨ ਕੇ ਆਪਣੇ ਰੂਪ ਨੂੰ ਗਵਾ ਚੁੱਕੇ ਹਾਂ, ਭੁੱਲ ਚੁੱਕੇ ਹਾਂ। ਸਾਨੂੰ ਆਪਣੇ ਅਸਲ ਰੂਪ ਦਾ ਪਤਾ ਹੀ ਨਹੀਂ। ਸੋ ਸਾਨੂੰ ਲੋੜ ਹੈ ਆਪਣੇ ਅਸਲ ਆਤਮਕ ਰੂਪ ਨੂੰ ਲੱਭਣ ਦੀ, ਖੋਜਣ ਦੀ, ਜਿਸ ਦੀ ਤਾਕੀਦ ਸਾਨੂੰ ਗੁਰੂ ਗੁਰਬਾਣੀ ਵੱਲੋਂ ਵੀ ਕੀਤੀ ਗਈ ਹੈ। ਆਪਣਾ ਆਪ ਤੂੰ ਆਪ ਪਛਾਣੈ। ਇਸ ਆਪਣੇ ਅਸਲ ਰੂਪ ਦੀ ਪਹਿਚਾਣ ਲਈ ਸਾਨੂੰ ਆਪਣੇ ਮੂਲ ਮਾਲਕ ਪਿਤਾ ਜੀ ਦੀ ਸ਼ਰਨ ਵਿੱਚ ਆ ਉਹਨਾਂ ਦਾ ਓਟ ਆਸਰਾ ਲੈਂਦੇ ਹੋਏ ਨਿਤਾ ਪ੍ਰਤੀ ਧਿਆਨ ਤੇ ਬੈਠਣ ਦਾ ਅਭਿਆਸ ਜ਼ਰੂਰੀ ਹੈ, ਕਿਉਂਕਿ ਧਿਆਨ ਦੀਆਂ ਗਹਿਰਾਈਆਂ ਵਿੱਚੋਂ ਜਾਗਰਤ ਸੂਝ ਯਾਨੀ ਬੁੱਧ ਵਿਵੇਕ ਦੀ ਉਚਾਈ ਤੋਂ ਹੀ ਸਾਨੂੰ ਆਪਣੇ ਪਰਾਏ ਤੇ ਅਸਲ ਰੂਪ ਦਾ ਗਿਆਨ ਹੋਏਗਾ ਤੇ ਇਸ ਬੁੱਧ ਵਿਵੇਕ ਦੀ ਜਾਗਰਤ ਅਵਸਥਾ ਵਿੱਚ ਹੀ ਅਸੀਂ ਪਰਾਏ ਮੰਦ ਗੁਣਾਂ ਨੂੰ ਤਿਆਗ ਪਰਾਏ ਦੇ ਲਗਾਵ ਦੀ ਸੂਝ ਤੋਂ ਉੱਪਰ ਉੱਠ ਸਕਾਂਗੇ ਤੇ ਆਪਣੇ ਰੂਪ ਨੂੰ ਗਵਾਚਣ ਤੋਂ ਬਚਾ ਸਕਾਂਗੇ। ਸਤਿ ਸ੍ਰੀ ਅਕਾਲ।